Hello students, here is Ramandeep Kaur and welcome you all on my YouTube channel Education Booster। ਇਹ ਆਪਣਾ ਫੋਰਥ ਪਾਰਟ ਹੈ ਜੀ ਈਡੀਅਮਸ ਐਂਡ ਫਰੇਜ਼ਸ ਦਾ। ਇਸ ਤੋਂ ਪਹਿਲਾਂ 3 ਪਾਰਟ ਇਸ ਸੀਰੀਜ਼ ਦੇ ਅਪਲੋਡ ਹੋ ਚੁੱਕੇ ਨੇ ਐਂਡ ਇਸ ਤੋਂ ਇਲਾਵਾ ਜੀ ਆਪਣੀ ਇੰਗਲਿਸ਼ ਵੋਕੈਬ ਦੀ, ਸਟੈਟਿਕ ਜੀਕੇ ਦੀ, ਰੀਜ਼ਨਿੰਗ ਦੀ, ਵਨ ਵਰਡ ਸਬਸਟੀਟਿਊਸ਼ਨ ਦੀ ਸਭ ਦੀ ਸੀਰੀਜ਼ ਚੱਲ ਰਹੀ ਹੈ। ਤੁਸੀਂ ਚੈਨਲ ਦੀ ਪਲੇਲਿਸਟ ਜਾ ਕੇ ਵਿਜ਼ਿਟ ਕਰ ਸਕਦੇ ਹੋ, ਅਦਰਵਾਈਜ਼ ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਗਿਵਨ ਹੈ, ਤੁਸੀਂ ਉੱਥੇ ਵੀ ਚੈੱਕਆਊਟ ਕਰ ਸਕਦੇ ਹੋ। ਟੈਲੀਗ੍ਰਾਮ ਗਰੁੱਪ ਦਾ ਲਿੰਕ ਵੀ ਉੱਥੇ ਦਿੱਤਾ ਹੋਇਆ, ਉਹਨੂੰ ਲਿੰਕ ਨੂੰ ਜੁਆਇਨ ਕਰ ਲਓ ਅਤੇ ਲੇਟੈਸਟ ਅਪਡੇਟਸ ਨੂੰ ਪਾਉਣ ਦੇ ਲਈ। ਓਕੇ ਜੀ, ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਇਹਦੇ ਵਿੱਚ ਆਪਾਂ ਈਡੀਅਮ ਐਂਡ ਫਰੇਜ਼ਸ ਕਰਨੇ ਨੇ ਬੀ ਅਲਫਾਬੈਟ ਦੇ ਰਿਲੇਟਡ। 1 ਤੋਂ ਲੈ ਕੇ 16 ਤੱਕ ਆਪਾਂ ਕਰ ਚੁੱਕੇ ਹਾਂ। ਇਸ ਤੋਂ ਪਹਿਲਾਂ ਵਾਲੇ ਪਾਰਟ 'ਚ ਮਤਲਬ ਕਿ ਪਾਰਟ 3 ਦੇ ਵਿੱਚ ਇਸ ਤੋਂ ਆਪਾਂ ਉਸ ਤੋਂ ਨੈਕਸਟ ਵਾਲੇ ਕਵਰ ਕਰਾਂਗੇ। ਹਾਂਜੀ, ਤਾਂ ਫਸਟ ਵਾਲਾ ਹੈਗਾ ਆਪਣਾ ਬ੍ਰੈਥ ਵਨਸ ਲਾਸਟ। ਬ੍ਰਿਥ ਵਨਸ ਲਾਸਟ ਦਾ ਮਤਲਬ ਹੁੰਦਾ ਕਿ ਆਪਣੇ ਮਤਲਬ ਲਾਸਟ ਸਾਹ 'ਤੇ ਹੋਣਾ, ਲਾਈਕ ਟੂ ਡਾਈ। ਠੀਕ ਹੈ, ਟੂ ਡਾਈ ਇਹ ਸੌਖਾ ਹੀ ਹੈ, ਯਾਦ ਰੱਖਣਾ ਬਿਲਕੁਲ ਔਖਾ ਨਹੀਂ ਹੈਗਾ। ਹੀ ਬ੍ਰੈਥਡ ਹਿਜ਼ ਲਾਸਟ ਇਨ ਦਾ ਪ੍ਰਾਈਮ ਆਫ ਹਿਜ਼ ਲਾਈਫ। ਤਾਂ ਇਹਦਾ ਮੀਨਿੰਗ ਹੈ ਬਹੁਤ ਜ਼ਿਆਦਾ ਈਜ਼ੀ ਹੈ। ਬ੍ਰਿਥ ਵਨਸ ਲਾਸਟ ਦਾ ਮਤਲਬ ਹੁੰਦਾ ਟੂ ਡਾਈ, ਮਰਨ ਵਾਲਾ ਹੋਣਾ, ਜਿਵੇਂ ਲਾਸਟ ਸਾਹਾਂ 'ਤੇ ਹੋਣਾ। ਠੀਕ ਹੈ, 18th ਹੈਗਾ, ਦੇਖੋ ਇਹ ਸੈਂਟੈਂਸ ਹੁੰਦੇ ਨੇ ਜਦ ਸਮਝਣ ਲਈ ਹੈ ਕਿ ਸੈਂਟੈਂਸ ਦੇ ਵਿੱਚ ਆਪਾਂ ਇਹਦਾ ਯੂਜ਼ ਕਿਵੇਂ ਕਰਦੇ ਹਾਂ। ਅਦਰਵਾਈਜ਼ ਆਪਾਂ ਕੁਛ ਨਹੀਂ ਲੈਣਾ ਸੈਂਟੈਂਸਸ ਤੋਂ, ਆਪਾਂ ਨੂੰ ਇਹਦਾ ਮੀਨਿੰਗ ਪਤਾ ਹੋਣਾ ਚਾਹੀਦਾ। ਬੈਕ ਸਟੇਅਰਸ ਇਨਫਲੂਐਂਸ। ਬੈਕ ਸਟੇਅਰਸ ਇਨਫਲੂਐਂਸ ਦਾ ਮਤਲਬ ਹੁੰਦਾ ਹੈ ਬਾਈ ਅਨਫੇਅਰ ਮੀਨਸ, ਮਤਲਬ ਗਲਤ ਤਰੀਕੇ ਨਾਲ ਕੋਈ ਕੰਮ ਕਰਾਉਣਾ। ਜਿਵੇਂ ਆਪਾਂ ਕੁਛ ਕਹਿ ਲਈਏ ਨਾ ਵੀ, ਜਿਵੇਂ ਐਗਜ਼ਾਮਪਲ ਦੇ ਰਹੀ ਹਾਂ ਤੁਹਾਨੂੰ ਤਾਂ ਕਿ ਇਹ ਈਡੀਅਮ ਤੁਹਾਨੂੰ ਲਰਨ ਹੋ ਜਾਏ। ਜਿਵੇਂ ਮੰਨ ਲਓ ਸਟੇਜ 'ਤੇ ਕੋਈ ਸ਼ੋਅ ਚੱਲ ਰਿਹਾ, ਉਹ ਜਿਹੜਾ ਆਡੀਅנס ਨੂੰ ਦਿਖ ਰਿਹਾ ਉਹ ਤਾਂ ਉਹਨਾਂ ਕੁ ਦਿਖ ਰਿਹਾ ਜਿਹੜਾ ਸਟੇਜ ਦੇ ਉੱਤੇ ਹੈ, ਬਟ ਬੈਕ ਸਟੇਅਰਸ 'ਤੇ ਕੁਛ ਹੋਰ ਹੀ ਚੱਲ ਰਿਹਾ ਹੁੰਦਾ ਵੀ, ਮਤਲਬ ਉਸ ਕੰਪੀਟੀਸ਼ਨ ਦਾ ਰਿਜ਼ਲਟ ਕੀ ਨਿਕਲੂਗਾ ਉਹ ਬੈਕ ਸਟੇਅਰ 'ਤੇ ਮੰਨ ਲਓ ਕਿਸੇ ਨੂੰ ਪੇਮੈਂਟ ਦਿੱਤੀ ਵੀ ਸਾਡੇ ਵਾਲੇ ਨੂੰ ਫਸਟ ਕੱਢ ਦਿਓ, ਤਾਂ ਉਹ ਬੈਕ ਸਟੇਅਰ 'ਤੇ ਕੋਈ ਅਨਫੇਅਰ ਮੀਨਸ ਚੱਲ ਰਿਹਾ ਹੈ ਨਾ। ਅਤੇ ਇੱਦਾਂ ਤੁਸੀਂ ਇਹਨੂੰ ਲਰਨ ਕਰ ਸਕਦੇ ਹੋ। ਜਿਵੇਂ ਇਹਦੇ 'ਚ ਐਗਜ਼ਾਮਪਲ ਦਿੱਤੀ, ਦੀਸ ਡੇਜ਼ ਮੈਨੀ ਪਰਸਨ ਆਰ ਗਿਵਨ ਗੁੱਡ ਪੋਸਟਸ ਥਰੂ ਬੈਕ ਸਟੇਅਰ ਇਨਫਲੂਐਂਸ। ਕਹਿੰਦੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਨਾ ਗੁੱਡ ਪੋਸਟਸ ਮਿਲ ਜਾਂਦੀਆਂ, ਕਿਹਦੇ ਥਰੂ? ਬਾਏ ਅਨਫੇਅਰ ਮੀਨਸ ਨਾਲ, ਗਲਤ ਤਰੀਕੇ ਨਾਲ ਲੈ ਲੈਂਦੇ ਨੇ। ਤਾਂ ਉੱਦਾਂ ਹੀ ਮੈਂ ਤੁਹਾਨੂੰ ਐਗਜ਼ਾਮਪਲ ਪੰਜਾਬੀ 'ਚ ਐਕਸਪਲੇਨ ਕਰਤੀ ਤਾਂ ਕਿ ਤੁਹਾਨੂੰ ਯਾਦ ਰਹਿ ਜੇ। ਬਰਡਸ ਆਈ ਵਿਊ ਦਾ ਮਤਲਬ ਹੁੰਦਾ ਬਰੀਫ ਦੇ ਵਿੱਚ ਵਿਊ ਦੇਖਣਾ। ਜਿਵੇਂ ਮੰਨ ਲਓ ਜਿਵੇਂ ਤੁਹਾਨੂੰ ਮੈਂ ਸਾਰੀ ਵੀਡੀਓ ਕੰਪਲੀਟ ਕਰਾ ਕੇ ਲਾਸਟ ਵਾਲੇ 1 ਮਿੰਟ ਦੇ ਵਿੱਚ ਸਾਰਾ ਰਿਵਾਈਜ਼ ਕਰਾਉਣੀ ਹੁੰਦੀ ਹੈ ਨਾ, ਕਿ ਫਟਾਫਟ ਦੇਖ ਲਓ ਇੱਕ ਵਾਰੀ, ਓਵਰਵਿਊ ਜਾਂ ਲੈ ਲਓ ਹੈ ਨਾ, ਉਹਨੂੰ ਬਰੀਫ ਵਿਊ ਕਹਿੰਦੇ ਨੇ, ਕੰਸਾਈਜ਼ ਵਿਊ ਕਹਿੰਦੇ ਨੇ, ਉਹਨੂੰ ਹੀ ਬਰਡ ਆਈ ਵਿਊ ਕਹਿੰਦੇ ਆ, ਹੋਰ ਕੁਛ ਨਹੀਂ ਹੈਗਾ। ਵੀ ਹੈਡ ਅ ਬਰਡ ਆਈ ਵਿਊ ਆਫ ਅ ਹੋਲ ਫੇਅਰ ਫਰਮ ਟੋਪ ਆਫ ਜਾਇੰਟ ਵੀਲ। ਕਹਿੰਦੇ ਵੱਡੇ ਸਾਰੇ ਵੀਲ ਦੇ ਉੱਤੋਂ ਦੀ ਅਸੀਂ ਪੂਰੇ ਮੇਲੇ ਦਾ ਨਾ ਇੱਕ ਕੰਸਾਈਜ਼ ਵਿਊ ਦੇਖ ਲਿਆ। ਇਸ ਤਰੀਕੇ ਨਾਲ ਇਹਨਾਂ ਨੇ ਇਸ ਨੂੰ ਐਕਸਪਲੇਨ ਕੀਤਾ ਹੈ। ਓਕੇ, 20th ਹੈਗਾ ਬੋਲਡ ਫਰੋਮ ਦਾ ਬਲੂ। ਇਹਦਾ ਮਤਲਬ ਹੁੰਦਾ ਕੋਈ ਅਨਐਕਸਪੈਕਟਡ ਸ਼ੌਕ, ਮਤਲਬ ਕਿ ਕੋਈ ਅਚਾਨਕ ਕੋਈ ਸ਼ੌਕ ਵਾਲੀ ਨਿਊਜ਼ ਮਿਲ ਜਾਣਾ, ਜਾਂ ਕੁਛ ਅਚਾਨਕ ਸ਼ੌਕ ਵਾਲਾ ਕੋਈ ਕੁਛ ਘਟਨਾ ਹੋ ਜਾਣੀ, ਠੀਕ ਹੈ, ਜਿਹੜੀ ਕਿ ਚੌਂਕਾ ਦੇ ਆਪਾਂ ਨੂੰ। ਤਾਂ ਬੋਲਡ ਫਰੋਮ ਦਾ ਬਲੂ, ਅਤੇ ਇਹਨੂੰ ਤੁਸੀਂ ਪਤਾ ਕਿਵੇਂ ਯਾਦ ਰੱਖ ਸਕਦੇ ਹੋ? ਬੋਲਡ ਨੂੰ ਮੰਨ ਲਓ ਕਿ ਤੁਸੀਂ ਜਿਵੇਂ ਬਿਜਲੀ ਹੁੰਦੀ ਹੈ, ਬਲੂ ਅਸਮਾਨ ਸਕਾਈ ਬਲੂ ਕਲਰ ਦਾ ਹੁੰਦਾ, ਉਵੇਂ ਹੁਣ ਜਦੋਂ ਆਪਾਂ ਬੈਠੇ ਹਾਂ ਲਾਈਕ ਹੁਣ ਇੱਕੋ ਦਮ ਅਸਮਾਨ 'ਚੋਂ ਬਿਜਲੀ ਚਮਕਦੀ ਹੈ ਤਾਂ ਆਪਾਂ ਸਡਨ ਸ਼ੌਕ ਹੋ ਜਾਂਦੇ ਹਾਂ ਨਾ ਇੱਕੋ ਦਮ, ਤਾਂ ਉੱਦਾਂ ਤੁਸੀਂ ਇਹਨੂੰ ਲਰਨ ਕਰ ਸਕਦੇ ਹੋ। ਸੈਂਟੈਂਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਦੀ ਸਡਨ, ਕਿਸੇ ਦਾ ਕੋਈ ਰਿਲੇਟਿਵ ਸੀਗਾ, ਉਹਦੀ ਸਡਨ ਡੈਥ ਕਰਕੇ ਉਹ ਕੀ ਹੋ ਗਏ, ਮਤਲਬ ਉੱਥੇ ਈਡੀਅਮ ਵਰਤੇ ਜਾ ਸਕਦੇ, ਉਹਨਾਂ ਨੂੰ ਅਨਐਕਸਪੈਕਟਡ ਸ਼ੌਕ ਲੱਗਿਆ। 21ਵਾਂ ਜਿਹੜਾ ਈਡੀਅਮ ਹੈ ਇਹਦਾ ਕੀ ਮਤਲਬ ਹੈ ਜੀ? ਬਰਨ ਵਨਸ ਬੋਟਸ। ਠੀਕ ਹੈ, ਇਹਦਾ ਮਤਲਬ ਹੁੰਦਾ ਪੁਆਇੰਟ ਆਫ ਨੋ ਰਿਟਰਨ, ਵੀ ਵਾਪਸ ਆਉਣ ਦਾ ਕੋਈ ਸਾਧਨ ਹੀ ਨਹੀਂ ਹੈ, ਮਤਲਬ ਕੋਈ ਚਾਂਸ ਹੀ ਨਹੀਂ ਹੈ। ਮੰਨ ਲਓ ਕੋਈ ਬੋਟ 'ਤੇ ਬੈਠ ਕੇ ਗਿਆ ਪਾਣੀ ਦੇ ਵਿੱਚ, ਠੀਕ ਹੈ, ਅਤੇ ਉਸ ਬੋਟ ਨੂੰ ਲੱਗ ਗਈ ਅੱਗ, ਹੈ ਨਾ, ਬਰਨ ਹੋ ਗਈ ਉਹ ਬੋਟ, ਉਹਦੀ ਬੋਟ ਸੀ ਜਿਹੜੀ ਬਰਨ ਹੋ ਗਈ, ਅਤੇ ਇਹਦਾ ਮਤਲਬ ਕਿ ਹੁਣ ਉਹਦੇ ਵਾਪਸ ਮੁੜਨ ਦਾ ਕੋਈ ਚਾਂਸ ਹੀ ਨਹੀਂ ਹੈ। ਤਾਂ ਉੱਥੇ ਆਪਾਂ ਕਹਿ ਦਿੰਦੇ ਹਾਂ ਇਹ ਈਡੀਅਮ ਉਵੇਂ ਵਰਤੇ ਜਾ ਸਕਦਾ। ਇਵੇਂ ਤਾਂ ਉਹਦੇ ਮੀਨਿੰਗ ਨਾਲ ਹੀ ਰਿਲੇਟ ਕਰ ਰਹੀ ਹਾਂ, ਤੁਹਾਨੂੰ ਐਕਸਟਰਾ ਕੋਈ ਟ੍ਰਿਕ ਨਹੀਂ ਦੱਸ ਰਹੀ ਤਾਂ ਕਿ ਤੁਸੀਂ ਉਲਝੋ ਨਾ। ਠੀਕ ਹੈ, ਮੈਂ ਬਹੁਤ ਘੱਟ ਟਰਾਈ ਕਰ ਦਿੰਦੀ ਹਾਂ ਵੀ ਤੁਹਾਨੂੰ ਇੱਧਰੋਂ ਉੱਧਰੋਂ ਵਾਲੀਆਂ ਟ੍ਰਿਕਸ ਦੱਸਾਂ ਵੀ ਤੁਹਾਨੂੰ ਯਾਦ ਰਹਿ ਜੇ, ਕਿਉਂਕਿ ਜਿਹੜਾ ਵਰਡ ਹੈ ਨਾ ਇਹ ਦੇਖ ਕੇ ਆਪਾਂ ਪੇਪਰ 'ਚ ਪਜ਼ਲ ਹੋ ਜਾਂਦੇ ਹਾਂ, ਅਤੇ ਹੁਣ ਤੁਹਾਨੂੰ ਇਹਦੇ ਵਿੱਚੋਂ ਹੀ ਮੈਂ ਟ੍ਰਿਕ ਕਰਾ ਰਹੀ ਹਾਂ ਤਾਂ ਕਿ ਤੁਹਾਨੂੰ ਯਾਦ ਰਹਿ ਜੇ ਸੌਖਾ, ਹੈ ਨਾ। ਚਲੋ ਨੈਕਸਟ ਤੇ ਇਸ ਸਲਾਈਡ ਦੇ ਉੱਤੇ ਆਪਾਂ ਕੀ ਕੀਤਾ? ਬ੍ਰੈਥ ਵਨਸ ਲਾਸਟ ਦਾ ਮਤਲਬ ਆਪਣੇ ਆਖਰੀ ਸਾਹਾਂ 'ਤੇ ਹੋਣਾ। ਬੈਕ ਸਟੇਅਰ ਇਨਫਲੂਐਂਸ ਮਤਲਬ ਅਨਫੇਅਰ ਮੀਨਸ ਨਾਲ ਕੁਝ ਕਰਨਾ ਗਲਤ ਤਰੀਕਿਆਂ ਨਾਲ। ਬਰਡ ਆਈ ਵਿਊ ਹੁੰਦਾ ਬਰੀਫ ਵਿਊ ਲੈਣਾ ਕਿਸੇ ਚੀਜ਼ ਦਾ, ਦੇਖਣਾ ਉਹਨੂੰ। ਬੋਲਡ ਫਰੋਮ ਦਾ ਬਲੂ ਦਾ ਮਤਲਬ ਹੈ ਕੋਈ ਸਡਨ ਸ਼ੌਕ ਲੱਗਣਾ। ਨੈਕਸਟ ਹੈਗਾ ਬਰਨ ਵਨਸ ਬੋਟਸ, ਮਤਲਬ ਵਾਪਸ ਮੁੜਨ ਦਾ ਕੋਈ ਵੀ ਉਹਦਾ ਚਾਂਸ ਨਹੀਂ ਹੈਗਾ। 22nd ਹੈ ਬਾਈ ਦਾ ਵੇ, ਬਾਈ ਦਾ ਬਾਈ ਨਾ ਇਹਦਾ ਮਤਲਬ ਇਹਨੂੰ ਆਪਾਂ ਜਿੱਦਾਂ ਨੋਰਮਲੀ ਇੰਗਲਿਸ਼ ਯੂਜ਼ ਕਰਦੇ ਹਾਂ ਜਦੋਂ ਬੋਲਦੇ ਆਪਾਂ ਬਾਈ ਦਾ ਵੇ ਕਹਿ ਦਿੰਦੇ ਹਾਂ ਨਾ, ਵੀ ਬਾਈ ਦਾ ਵੇ ਵਾਟ ਇਜ਼ ਯੂਅਰ ਏਜ, ਇੱਦਾਂ। ਤਾਂ ਉਹ ਬਾਈ ਦਾ ਬਾਈ ਵੀ ਯੂਜ਼ ਹੋ ਜਾਂਦਾ ਉਹਦੀ ਜਗ੍ਹਾ 'ਤੇ, ਬਾਈ ਦਾ ਵੇ ਦੀ ਜਗ੍ਹਾ 'ਤੇ ਆਪਾਂ ਬਾਈ ਦਾ ਬਾਈ ਵੀ ਯੂਜ਼ ਕਰ ਸਕਦੇ ਹਾਂ। ਈਡੀਅਮ ਹੈ, ਮੀਨਿੰਗ ਸੇਮ ਹੀ ਹੈ। 23rd ਹੈ ਜੀ ਬੀ ਅਪ ਟੂ।
ਬੀ ਅਪ ਟੂ ਮਤਲਬ ਉਤੋਂ ਤੱਕ ਹੈ ਨਾ, ਟੂ ਬੀ ਇਕੁਅਲ ਟੂ ਵੀ ਕਹਿ ਸਕਦੇ ਹਾਂ ਆਪਾਂ, ਤਾਂ ਦੋਨਾਂ ਦਾ ਮੀਨਿੰਗ ਸੇਮ ਹੈ। ਅਪ ਟੂ ਜਿਨ੍ਹਾਂ ਨੇ ਥੋੜ੍ਹੀਆਂ ਬਹੁਤ ਵੀ ਪ੍ਰੈਪੋਜੀਸ਼ਨਸ ਕੀਤੀਆਂ ਨੇ ਪਤਾ ਹੋਊਗਾ ਤੁਹਾਨੂੰ, ਵੀ ਅਪ ਟੂ ਜਿਵੇਂ ਆਪਾਂ ਇੱਥੋਂ ਤੱਕ ਕਹਿ ਦਿੰਦੇ ਹਾਂ ਤਾਂ ਟੂ ਬੀ ਇਕੁਅਲ ਟੂ ਉਹਦਾ ਹੋ ਗਿਆ ਮੀਨਿੰਗ। 24th ਹੈ ਬੇਟਡ ਬ੍ਰੈਥ, ਇਹਦਾ ਮਤਲਬ ਹੁੰਦਾ ਇਨ ਐਨਜ਼ਾਈਟੀ, ਮਤਲਬ ਉਤਸੁਕਤਾ ਨਾਲ ਕੁਝ ਕਰਨਾ। ਉਤਸੁਕਤਾ ਨਾਲ ਮਤਲਬ ਉਤਸੁਕਤਾ ਤਾਂ ਸਮਝਦੇ ਹੋ ਨਾ, ਉਹਨੂੰ ਐਨਜ਼ਾਈਟੀ ਕਹਿ ਦਿੰਦੇ ਆ। ਥੋੜ੍ਹਾ ਚਿੰਤਿਤ ਹੋਣਾ, ਵਰਿਡ ਹੋਣਾ, ਨੈਗੇਟਿਵ ਸੈਂਸ ਦੇ ਵਿੱਚ ਲੈ ਕੇ ਜਾ ਸਕਦੇ ਹਾਂ ਆਪਾਂ ਇਹਦਾ ਜਿਹੜਾ ਮੀਨਿੰਗ ਹੈ। ਬੈਂਡੀ ਵਰਡਸ ਦਾ ਮਤਲਬ ਹੁੰਦਾ ਟੂ ਆਰਗਿਊ, ਆਰਗਿਊ ਕਰਨਾ ਮਤਲਬ ਕਿ ਤਰਕ ਕਰਨਾ, ਕਹਿਣਾ ਨਾ ਮੰਨਣਾ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲੈ ਕੇ ਇਹਨਾਂ ਨੇ ਦਿੱਤੀ ਹੋਈ ਹੈ ਵੀ ਜਿਹੜੇ ਓਬੀਡੈਂਟ ਬੱਚੇ ਹੁੰਦੇ ਆ ਨਾ, ਉਹ ਆਪਣੇ ਪੇਰੈਂਟਸ ਨਾਲ ਆਰਗਿਊ ਨਹੀਂ ਕਰਦੇ। ਵੀ ਹੁਣ ਪੇਰੈਂਟਸ ਨੇ ਕਹਿ ਤਾ ਕਿ ਇੰਨਾ ਮਤਲਬ 1 ਆਵਰ ਤੋਂ ਬਾਅਦ ਦੇ ਵਿੱਚ ਤੁਸੀਂ ਫੋਨ ਯੂਜ਼ ਨਹੀਂ ਕਰਨਾ, ਤਾਂ ਉਹ ਗੱਲ ਮੰਨ ਲੈਂਦੇ ਆ, ਉਹ ਆਰਗਿਊ ਨਹੀਂ ਕਰਦੇ ਵੀ ਕਿਉਂ ਨਹੀਂ ਕਰਨਾ, ਸਾਡੇ ਫਰੈਂਡਸ ਤਾਂ ਕਰਦੇ ਆ, ਇੱਦਾਂ ਨਹੀਂ ਕਰਦੇ। ਠੀਕ ਹੈ, ਉੱਥੇ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਬੀ ਇਨ ਵਨਸ ਬੋਨਟ, ਇਹਦਾ ਮਤਲਬ ਹੁੰਦਾ ਟੂ ਬੀ ਫਸੀ। ਇਹਦਾ ਮਤਲਬ ਕੀ ਹੈ ਜੀ, ਸੌਖੇ ਸ਼ਬਦਾਂ 'ਚ ਆਪਾਂ ਸਮਝੀਏ ਇਹਦਾ ਮੀਨਿੰਗ ਵਰਿਡ ਹੋਣਾ। ਠੀਕ ਹੈ, ਕਿਸੇ ਲਈ ਵਰਿਡ ਹੋਣਾ, ਜਦੋਂ ਕੋਈ ਕਿਸੇ ਲਈ ਵਰਿਡ ਹੁੰਦਾ ਹੈ ਜਾਂ ਉਸ ਚਿੰਤਾ ਕਰਕੇ ਗੁੱਸਾ ਕਰਦਾ ਹੈ, ਤਾਂ ਉਦੋਂ ਆਪਾਂ ਇਹਨੂੰ ਆਪਾਂ ਵਰਤ ਸਕਦੇ ਹਾਂ। ਠੀਕ ਹੈ, ਜਿੱਦਾਂ ਲਿਖਿਆ ਸ਼ੀ ਸੀਮਸ ਟੂ ਹੈਵ ਬੀ ਇਨ ਹਰ ਬੋਨਟ ਬਿਕੋਜ਼ ਸ਼ੀ ਇਜ਼ ਆਲਵੇਜ਼ ਫਾਈਂਡਿੰਗ ਫਾਲਟਸ ਵਿਦ ਅਦਰਸ, ਵੀ ਉਹ ਹਮੇਸ਼ਾ ਹੀ ਮਤਲਬ ਕੀ ਹੈ ਵਰਿਡ ਰਹਿੰਦੀ ਹੈ ਜਾਂ ਗੁੱਸੇ 'ਚ ਰਹਿੰਦੀ ਹੈ, ਕਿਉਂਕਿ ਉਹ ਹਮੇਸ਼ਾ ਹੀ ਮਤਲਬ ਫਾਲਟਸ ਵਗੈਰਾ ਲੱਭਦੇ ਰਹਿੰਦੇ ਆ ਅਦਰਸ ਦੇ ਵਿੱਚ। ਨੈਕਸਟ ਹੈਗਾ 27ਵਾਂ, ਬਹੁਤ ਵਧੀਆ ਈਡੀਅਮ ਹੈ, ਦੈਟ ਇਜ਼ ਬਾਈਟ ਦਾ ਡਸਟ, ਮਤਲਬ ਧੂੜ ਚ ਖਾਣਾ ਕਿਸੇ ਨੂੰ। ਧੂੜ ਚ ਖਾਣਾ ਦਾ ਮਤਲਬ ਇਹ ਨਹੀਂ ਹੁੰਦਾ ਅਗਲੇ ਦੇ ਮੂੰਹ 'ਤੇ ਮਿੱਟੀ ਪਾ ਦਿਓ, ਨਹੀਂ ਹੁੰਦਾ। ਇਟ ਮੀਨਸ ਉਹਨੂੰ ਹਰਾਣਾ। ਠੀਕ ਹੈ, ਤਾਂ ਜਿੱਦਾਂ ਮਤਲਬ 2 ਕੰਟਰੀਜ਼ ਦੇ ਵਿੱਚ ਵਾਰ ਚੱਲ ਰਹੀ ਹੈ, ਜਾਂ ਪਹਿਲਾਂ ਜੰਗਾਂ ਯੁੱਧਾਂ ਹੁੰਦੀਆਂ ਸੀ ਨਾ, ਤਾਂ ਇੱਕ ਪਾਰਟੀ ਦੂਜੇ ਨੂੰ ਹਰਾ ਦਿੰਦੇ ਸੀ। ਆਪਾਂ ਇਹ ਯੂਜ਼ ਕਰਦੇ ਨਾ ਪੰਜਾਬੀ ਦੇ ਵਿੱਚ ਵੀ ਆਪਾਂ ਪੜ੍ਹਦੇ ਹੁੰਦੇ ਸੀ ਕਿ ਉਹਨਾਂ ਨੇ ਉਹਨੂੰ ਧੂੜ ਚ ਖਾਤੀ, ਇਟ ਮੀਨਸ ਹਰਾਤਾ, ਟੂ ਬੀ ਡਿਫੀਟਡ। ਨੈਕਸਟ ਹੈਗਾ ਬਲੂ ਸਟੋਕਿੰਗ, ਇਹਦਾ ਮਤਲਬ ਹੁੰਦਾ ਐਜੂਕੇਟਡ ਬਟ ਪੈਡੈਂਟਿਕ ਲੇਡੀ। ਐਜੂਕੇਟਡ ਮਤਲਬ ਕਿ ਪੜ੍ਹੇ ਲਿਖੀ ਹੋਣੇ ਆ, ਮਤਲਬ ਕੋਈ ਔਰਤ ਪੜ੍ਹੀ ਲਿਖੀ ਹੋਵੇ ਤੇ ਇੰਟੈਲੈਕਚੁਅਲ ਵੀ ਹੋਵੇ, ਮਤਲਬ ਕਿ ਰੂਲ ਰੈਗੂਲੇਸ਼ਨਸ ਦਾ ਧਿਆਨ ਰੱਖਦੀ ਹੋਵੇ, ਉਹਦੇ ਲਈ ਵਰਿਡ ਹੋਵੇ, ਉਹਨੂੰ ਆਪਾਂ ਪੈਡੈਂਟਿਕ ਲੇਡੀ ਬੋਲ ਦਿੰਦੇ ਆ। ਬਲੂ ਸਟੋਕਿੰਗ ਉਹਨੂੰ ਹੀ ਕਹਿੰਦੇ ਆ। ਬੁੱਕ ਵਾਰਮ ਤੁਹਾਨੂੰ ਪਤਾ ਕਿਤਾਬੀ ਕੀੜਾ, ਕਿਤਾਬੀ ਕੀੜੇ ਦਾ ਮਤਲਬ ਹੁਣ ਇਹ ਨਹੀਂ ਹੈਗਾ ਵੀ ਕਿਤਾਬ 'ਚ ਕੀੜਾ ਵੜ ਗਿਆ, ਇਟ ਮੀਨਸ ਕਿ ਉਹ ਕਿਤਾਬਾਂ ਦਾ ਇਕੱਠ ਕਰੀ ਰੱਖਦਾ ਅਤੇ ਮਤਲਬ ਉਹ ਪੜ੍ਹਨ ਦਾ ਕਿਤਾਬਾਂ 'ਚ ਹੀ ਵੜਿਆ ਰਹਿੰਦਾ, ਆਪਾਂ ਉਹਨੂੰ ਕਿਤਾਬੀ ਕੀੜਾ ਕਹਿ ਦਿੰਦੇ ਹਾਂ, ਹੈ ਨਾ। ਅ ਪਰਸਨ ਇਨ ਅ ਹੈਬਿਟ ਆਫ ਪੋਰਿੰਗ ਓਵਰ ਬੁੱਕਸ, ਤਾਂ ਸਮਝ ਆ ਗਿਆ ਹੋਣਾ ਤੁਹਾਨੂੰ। ਬ੍ਰਿੰਗ ਡਾਊਨ ਦਾ ਹਾਊਸ ਦਾ ਮਤਲਬ ਹੁੰਦਾ ਰਿਸੀਵ ਐਪਲੌਜ਼, ਐਪਲੌਜ਼ ਹੁੰਦਾ ਪ੍ਰੇਸ, ਮਤਲਬ ਤਾਰੀਫ। ਤਾਂ ਜਦੋਂ ਤਾਰੀਫ ਕੋਈ ਕਿਸੇ ਨੂੰ ਮਿਲਦੀ ਹੈ ਨਾ, ਤਾਂ ਉਹਦੇ ਲਈ ਇਹ ਈਡੀਅਮ ਨੂੰ ਯੂਜ਼ ਕੀਤਾ ਜਾਂਦਾ। ਓਕੇ ਆ ਜੀ, ਜਿੱਦਾਂ ਇਹਨਾਂ ਨੇ ਲਿਖਿਆ ਹੈਗਾ ਇਟ ਵਾਸ ਹਿਜ਼ ਮੈਡਨ ਸਪੀਚ। ਅੱਛਾ, ਹੁਣ ਮੈਂ ਇੱਥੇ ਨਾ ਤੁਹਾਨੂੰ ਇੱਕ ਕੁਐਸਚਨ ਪੁੱਛਦੀ ਹਾਂ, ਜਿਨ੍ਹਾਂ ਨੇ ਵੋਕੈਬ ਦੀ ਸੀਰੀਜ਼ ਦੇਖੀ ਉਹਨਾਂ ਨੂੰ ਇਹਦਾ ਮੀਨਿੰਗ ਜ਼ਰੂਰ ਪਤਾ ਹੋਊਗਾ। ਆਹ ਇਸ ਵਰਡ ਨੂੰ ਜਿਹਨੂੰ ਮੈਂ ਸਰਕਲ ਕੀਤਾ ਨਾ, ਇਹਦਾ ਮਤਲਬ ਦੱਸ ਦਿਓ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ, ਮੈਨੂੰ ਪਤਾ ਲੱਗ ਜਾਊਗਾ ਤੁਸੀਂ ਕਿੰਨਾ ਕੁ ਲਰਨ ਕੀਤਾ ਹੈ ਨਾ। ਇਹਦਾ ਮੀਨਿੰਗ ਮੈਂ ਇੱਥੇ ਐਕਸਪਲੇਨ ਨਹੀਂ ਕਰਦੀ, ਮੈਨੂੰ ਇੱਥੇ ਹੀ ਛੱਡ ਰਹੀ ਹਾਂ। ਮੈਂ ਵੈਸੇ ਸੈਂਟੈਂਸ ਸਮਝਾਉਣ ਲੱਗਦੀ ਸੀਗੀ, ਪਰ ਕਿਉਂਕਿ ਤੁਹਾਨੂੰ ਇੱਥੋਂ ਸਮਝ ਆ ਗਿਆ ਹੋਊਗਾ, ਐਪਲੌਜ਼ ਦੀ ਜਗ੍ਹਾ ਪ੍ਰੇਜ਼ ਲਿਖ ਲਿਓ, ਤਾਰੀਫ ਲਿਖ ਲਿਓ। ਜਦੋਂ ਕਿਸੇ ਨੂੰ ਤਾਰੀਫ ਮਿਲਦੀ ਹੈ ਨਾ ਕਿਸੇ ਵੀ ਕੰਮ ਲਈ, ਉਦੋਂ ਆਪਾਂ ਈਡੀਅਮ ਨੂੰ ਯੂਜ਼ ਕਰਦੇ ਹਾਂ। ਠੀਕ ਹੈ, ਤਾਂ ਇਹਦਾ ਮੈਨੂੰ ਮੀਨਿੰਗ ਜ਼ਰੂਰ ਦੱਸ ਕੇ ਜਾਈਓ ਕਮੈਂਟਸ ਦੇ ਵਿੱਚ। ਓਕੇ, ਨੈਕਸਟ ਹੈਗਾ ਬਰੋ ਬੀਟ ਟੂ ਬੁਲੀ, ਇਹਦਾ ਕੀ ਮਤਲਬ ਹੁੰਦਾ ਜੀ, ਕਿਸੇ ਨੂੰ ਨਾ ਧਮਕਾ ਕੇ ਕੋਈ ਕੰਮ ਕਰਾਉਣਾ, ਕਿਸੇ ਨੂੰ ਧਮਕਾ ਕੇ ਡਰਾ ਕੇ ਕੋਈ ਕੰਮ ਕਰਾਉਣਾ, ਉਹਦੇ ਲਈ ਆਪਾਂ ਇਹਨੂੰ ਈਡੀਅਮ ਨੂੰ ਵਰਤਦੇ ਹਾਂ। ਜਿੱਦਾਂ ਲਿਖਿਆ ਕਹਿੰਦੇ ਜਿਹੜਾ ਪ੍ਰੈਜ਼ੀਡੈਂਟ ਹੈ ਨਾ ਕਾਲਜ ਦਾ, ਉਹ ਆਲਵੇਜ਼ ਕੀ ਟਰਾਈ ਕਰਦਾ ਹੈਗਾ ਕਿ ਧਮਕਾ ਕੇ ਰੱਖੇ ਉਹਨਾਂ ਸਟੂਡੈਂਟਸ ਨੂੰ ਜਿਹੜਾ ਉਹਦਾ ਅਪੋਜ਼ ਕਰਦੇ ਆ, ਜਿਹੜੇ ਉਹਦੇ ਵਿਰੁੱਧ ਹੁੰਦੇ ਆ। ਤਾਂ ਹੋਪਸ ਤੁਹਾਨੂੰ ਸਮਝ ਆ ਗਿਆ ਹੋਊਗਾ ਇਹ ਵੀ। ਤਾਂ ਨੈਕਸਟ 'ਤੇ ਚੱਲਦੇ ਹਾਂ ਜੀ, ਇਹਦਾ ਮੀਨਿੰਗ ਜ਼ਰੂਰ ਦੱਸ ਕੇ ਜਾਈਓ ਜੀ। ਬੈਡ ਐਗ ਦਾ ਮਤਲਬ ਹੁੰਦਾ ਵਰਥਲੈਸ, ਮਤਲਬ ਕਿਸੇ ਕੰਮ ਦਾ ਨਹੀਂ ਹੈਗਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਜਿੱਦਾਂ ਆਪਾਂ ਕਹਿ ਦਿੰਦੇ ਹਾਂ ਨਾ ਕਿ ਇਹ ਪਰਸਨ ਹੈ ਜਿਹੜਾ ਹੈਗਾ ਤਾਂ ਅਮੀਰ ਫੈਮਿਲੀ ਤੋਂ ਬਿਲੋਂਗ ਕਰਦਾ, ਜਿਵੇਂ ਇਹਨਾਂ ਨੇ ਲਿਖਿਆ ਨੋਬਲ ਫੈਮਿਲੀ ਤੋਂ ਬਿਲੋਂਗ ਕਰਦਾ, ਬਟ ਉਹ ਹਿਮਸੈਲਫ ਕੀ ਇੱਕ ਬੈਡ ਐਗ ਹੈ, ਮਤਲਬ ਇਹਦੀ ਕੋਈ ਕੀਮਤ ਨਹੀਂ, ਉਹ ਕਿਸੇ ਕੰਮ ਦਾ ਨਹੀਂ ਹੈਗਾ, ਵਰਥਲੈਸ ਹੈ ਉਹ। ਠੀਕ ਹੈ, ਵਰਥਵਾਈਲ ਹੁੰਦਾ ਫਾਇਦੇ ਦਾ ਸੌਦਾ, ਵਰਥਲੈਸ ਹੋ ਗਿਆ ਉਹਦਾ ਉਲਟ। ਨੈਕਸਟ ਹੈ ਬਿਸਾਈਡ ਦਾ ਮਾਰਕ, ਬਿਸਾਈਡ ਦਾ ਮਾਰਕ ਮਤਲਬ ਹੁੰਦਾ ਇਰਰੈਲੀਵੈਂਟ। ਠੀਕ ਹੈ, ਹੁਣ ਜਿਵੇਂ ਮੰਨ ਲਓ ਕੋਈ ਇਹਦੀ ਤੋਂ ਲਰਨ ਜੇ ਆਪਾਂ ਕਰਨ ਦੀ ਕੋਸ਼ਿਸ਼ ਕਰੀਏ, ਬਿਸਾਈਡ ਦਾ ਮਾਰਕ, ਮੰਨ ਲਓ ਮਾਰਕ 'ਤੇ ਆ, ਮੰਨ ਲਓ ਮੈਂ ਤੈਨੂੰ ਕੋਈ ਕੰਮ ਕਹਾਂ ਵੀ ਇੱਥੋਂ ਹੀ ਸਟਾਰਟ ਕਰਨਾ, ਤੁਸੀਂ ਕਹੋ ਨਹੀਂ ਇਸ ਤਾਂ ਇੱਥੋਂ ਕਰਨਾ, ਤਾਂ ਉਹ ਇਰਰੈਲੀਵੈਂਟ ਹੈ, ਉਹ ਸਹੀ ਨਹੀਂ ਹੈਗਾ। ਇਰਰੈਲੀਵੈਂਟ ਮਤਲਬ ਕੀ ਹੈ, ਇਰਰੈਲੀਵੈਂਟ ਦਾ ਮਤਲਬ ਜਿਹੜੀ ਚੀਜ਼ ਰੈਲੀਵੈਂਟ ਨਹੀਂ ਹੈਗੀ ਉਹ ਤੋਂ ਉਲਟ ਹੈ। ਨੋਬਡੀ ਐਗਰੀਡ ਵਿਦ ਹਿਮ ਬਿਕੋਜ਼, ਕਹਿੰਦੇ ਕੋਈ ਵੀ ਉਸ ਬੰਦੇ ਨਾਲ ਐਗਰੀ ਨਹੀਂ ਹੁੰਦਾ ਕਿਉਂਕਿ ਉਹਦੇ ਆਰਗੂਮੈਂਟ ਨੇ ਹਮੇਸ਼ਾ ਬੇਤਰਕ ਹੁੰਦੇ ਆ, ਇਰਰੈਲੀਵੈਂਟ ਹੁੰਦੇ ਆ। ਨੈਕਸਟ ਹੈ ਜੀ ਬਰਨ ਵਨਸ ਫਿੰਗਰ, ਇਹਦਾ ਮਤਲਬ ਹੁੰਦਾ ਟੂ ਗੈਟ ਇਨਟੂ ਟਰਬਲ, ਮੁਸੀਬਤ ਦੇ ਵਿੱਚ ਹੋਣਾ। ਠੀਕ ਹੈ,
ਇਹਦਾ ਇਹਨਾਂ ਨੇ ਜਿੱਦਾਂ ਬਣਾਇਆ ਹੈਗਾ, ਦੋਜ਼ ਹੂ ਇੰਟਰਫੇਅਰ ਇਨ ਦਾ ਅਫੇਅਰਸ ਆਫ ਅਦਰ, ਵੀ ਜਿਹੜੇ ਦੂਜੇ ਦੇ ਕੰਮਾਂ ਦੇ ਵਿੱਚ ਨਾ ਆਪਾਂ ਕਹਿੰਦੇ ਟੰਗ ਅੜਾਉਂਦੇ ਆ, ਹੈ ਨਾ, ਆਫਨ ਉਹ ਕੀ ਆ, ਹਮੇਸ਼ਾ ਮੁਸੀਬਤ 'ਚ ਫਸ ਜਾਂਦੇ ਆ, ਅਕਸਰ ਹੀ ਮੁਸੀਬਤ 'ਚ ਫਸ ਜਾਂਦੇ ਆ। ਤਾਂ ਬਰਨ ਵਨਸ ਫਿੰਗਰ, ਇਹਨੂੰ ਤੁਸੀਂ ਯਾਦ ਰੱਖ ਲਿਓ। ਬਰਾਊਨ ਸਟੱਡੀ, ਹੁਣ ਬਰਾਊਨ ਸਟੱਡੀ ਦਾ ਮਤਲਬ ਹੁੰਦਾ ਡੇ ਡਰੀਮ। ਡੇ ਡਰੀਮ ਨਾ ਬਹੁਤ ਵਧੀਆ ਜਿਹਾ ਵਰਡ ਹੈਗਾ, ਜੇ ਮਤਲਬ ਸਿੱਧਾ ਵੀ ਜੇ ਪੁੱਛਿਆ ਜਾਵੇ ਤਾਂ ਡੇ ਡਰੀਮ ਦਾ ਮਤਲਬ ਹੁੰਦਾ ਦਿਨੇ ਹੀ ਨਹੀਂ ਕਈ ਸੁਪਨਿਆਂ 'ਚ ਡੁੱਬੇ ਰਹਿੰਦੇ, ਆਪਦੀ ਇਮੈਜੀਨੇਸ਼ਨ ਜੀ ਕਰਦੇ ਰਹਿੰਦੇ ਵੀ ਜੇ ਆਏਂ ਹੋ ਜੇ ਤਾਂ ਆਏਂ ਹੋ ਜੇ। ਅਸਲ 'ਚ ਚੀਜ਼ ਹੁੰਦੀ ਨਹੀਂ, ਉਹ ਆਪਣੀ ਇਮੈਜੀਨੇਸ਼ਨ 'ਚ ਹੀ ਮਤਲਬ ਘੋੜੇ ਭਜਾਈ ਜਾਂਦੇ ਰਹਿੰਦੇ ਨੇ, ਹੈ ਨਾ, ਖਿਆਲਾਂ ਦੇ ਵਿੱਚ ਹੀ ਮਹਿਲ ਖੜੇ ਕਰੀ ਜਾਂਦੇ ਰਹਿੰਦੇ ਨੇ। ਡੇ ਡਰੀਮ ਉਹਨੂੰ ਕਹਿ ਦਿੰਦੇ ਆਪਾਂ, ਵੀ ਡੇ ਦੇ ਵਿੱਚ ਹੀ ਡਰੀਮ ਲੈ ਰਿਹਾ ਪਰਸਨ, ਹੈ ਨਾ, ਡੇ ਡਰੀਮਿੰਗ ਵਰਡ ਵੀ ਯੂਜ਼ ਹੋ ਜਾਂਦਾ। ਬਰਾਊਨ ਸਟੱਡੀ ਉਹੀ ਹੁੰਦਾ। ਬੈਂਕ ਔਨ, ਹਾਂਜੀ, ਜਿਹੜੇ ਮੇਰੇ ਕੋਲੋਂ ਪ੍ਰੈਪੋਜੀਸ਼ਨਸ ਕਰ ਰਹੇ ਆ ਸਟੂਡੈਂਟਸ, ਉਹਨਾਂ ਨੂੰ ਪਤਾ ਹੋਊਗਾ, ਦੇਖੋ ਇਹ ਤੁਹਾਨੂੰ ਮੈਂ ਕਰਵਾਇਆ ਹੋਇਆ ਨਾ, ਬੈਂਕ ਔਨ, ਡਿਪੈਂਡ ਔਨ, ਕਾਊਂਟ ਔਨ, ਕੁਛ ਕੁ ਫਿਕਸ ਪ੍ਰੈਪੋਜੀਸ਼ਨਸ ਹੁੰਦੀਆਂ ਨੇ, ਕੁਛ ਕੁ ਵਰਡਸ ਨਾਲ ਨਾ ਫਿਕਸ ਪ੍ਰੈਪੋਜੀਸ਼ਨਸ ਲੱਗਦੀਆਂ ਹੁੰਦੀਆਂ ਨੇ। ਜਿਵੇਂ ਡਿਪੈਂਡ ਨਾਲ ਹਮੇਸ਼ਾ ਆਪਾਂ ਔਨ ਲਾਉਣੇ ਆ, ਜਿਵੇਂ ਵੀ ਆਪਾਂ ਕਿਹਦੇ 'ਤੇ ਡਿਪੈਂਡ ਕਰਦੇ ਹਾਂ, ਹੈ ਨਾ, ਡਿਪੈਂਡ ਔਨ। ਉਵੇਂ ਕਾਊਂਟ ਔਨ ਦਾ ਮਤਲਬ ਵੀ ਸੇਮ ਹੁੰਦਾ, ਬੈਂਕ ਔਨ ਦਾ ਵੀ ਹੁੰਦਾ, ਹੈ ਨਾ। ਜਿਨ੍ਹਾਂ ਨੂੰ ਮੈਂ ਕਰਵਾਈਆਂ ਹੋਈਆਂ ਪ੍ਰੈਪੋਜੀਸ਼ਨ, ਉਹਨਾਂ ਨੂੰ ਤਾਂ ਜਮਾਂ ਹੀ ਕਲੀਅਰ ਹੋ ਗਿਆ ਹੋਊਗਾ ਕਿ ਆਹ ਚੀਜ਼ ਮੈਂ ਤੁਹਾਨੂੰ ਉੱਥੇ ਕਿੰਨੀ ਵਧੀਆ ਤਰੀਕੇ ਨਾਲ ਐਕਸਪਲੇਨ ਕਰੀ ਸੀ ਕਿ ਬੈਂਕ ਔਨ, ਡਿਪੈਂਡ ਔਨ, ਕਾਊਂਟ ਔਨ ਕੀ ਚੀਜ਼ ਹੁੰਦੀ ਹੈ, ਠੀਕ ਹੈ, ਕਿਸੇ 'ਤੇ ਨਿਰਭਰ ਕਰਨਾ। ਓਕੇ ਜੀ, ਤੇ ਇਹਨੂੰ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ। ਜਿੱਦਾਂ ਨਾ ਫਿਕਸ ਪ੍ਰੈਪੋਜੀਸ਼ਨ ਦਾ ਮਤਲਬ ਪਤਾ ਕੀ ਹੁੰਦਾ, ਜਿਵੇਂ ਫੌਂਡ, ਜਿੱਦਾਂ ਮੈਂ ਕਹਿੰਦਾ ਆਈ ਐਮ ਫੌਂਡ ਆਫ ਮਿਊਜ਼ਿਕ, ਫੌਂਡ ਨਾਲ ਹਮੇਸ਼ਾ ਹੀ ਫਿਕਸ ਪ੍ਰੈਪੋਜੀਸ਼ਨ ਆਫ ਯੂਜ਼ ਹੁੰਦੀ ਹੈ, ਠੀਕ ਹੈ। ਬਟ ਇੱਕ ਨਾ ਕੁਐਸਚਨ ਆਇਆ ਸੀਗਾ SSC CGL ਦੇ ਵਿੱਚ, ਉੱਥੇ ਨਾ ਵਰਡ ਫੌਂਡਨੈਸ ਦਿੱਤਾ ਹੋਇਆ ਸੀਗਾ, ਫੌਂਡਨੈਸ, ਉੱਥੇ ਫਿਰ ਫੌਂਡਨੈਸ ਜੇ ਆ ਜਾਏ ਨਾ ਫਿਰ ਉੱਥੇ ਆਫ ਨਹੀਂ ਆਉਂਦਾ, ਇਹਦੇ ਨਾਲ ਫਿਕਸ ਪ੍ਰੈਪੋਜੀਸ਼ਨ ਫॉर ਯੂਜ਼ ਹੁੰਦੀ ਹੈ, ਠੀਕ ਹੈ। ਫਿਕਸ ਪ੍ਰੈਪੋਜੀਸ਼ਨ ਦਾ ਮਤਲਬ ਹੈ ਕਿ ਉਹਦੇ ਨਾਲ ਉਹੀ ਯੂਜ਼ ਹੋਊਗੀ ਆਲਵੇਜ਼। ਜਿਵੇਂ ਆਪਾਂ ਲਿਸਨ ਕਹਿੰਦੇ ਆ, ਹੈ ਨਾ, ਲਿਸਨ ਸੁਣਨਾ, ਲਿਸਨ ਨਾਲ ਹਮੇਸ਼ਾ ਆਪਾਂ ਟੂ ਲਾਉਂਦੇ ਹਾਂ ਨਾ, ਆਈ ਲਿਸਨ ਟੂ ਮਿਊਜ਼ਿਕ, ਇੱਦਾਂ। ਤਾਂ ਉਹੀ ਫਿਕਸ ਪ੍ਰੈਪੋਜੀਸ਼ਨਸ ਹੁੰਦੀਆਂ ਨੇ ਕੁਛ ਕੁ। ਬਹੁਤ ਵਧੀਆ ਰੂਲ ਹੈ, ਧਿਆਨ 'ਚ ਰੱਖਿਓ, ਬਹੁਤ ਘੱਟ ਸੁਣਨ ਨੂੰ ਮਿਲਦਾ ਕਿ ਫੌਂਡਨੈਸ ਨਾਲ ਫॉर ਲੱਗਦਾ, ਤਾਂ ਥੋੜ੍ਹਾ ਧਿਆਨ 'ਚ ਰੱਖ ਲਿਓ। ਇਹ ਫਿਕਸ ਪ੍ਰੈਪੋਜੀਸ਼ਨ ਆ ਗਈਆਂ ਸੀ ਤਾਂ ਕਰਕੇ ਮੈਂ ਐਕਸਪਲੇਨ ਕਰਤਾ ਇੱਥੇ। ਹਾਂਜੀ, ਇਹਨੂੰ ਇੱਕ ਵਾਰੀ ਤੁਸੀਂ ਰੀਡ ਆਊਟ ਕਰ ਲਿਓ ਜ਼ਰੂਰ, ਜੋ ਵੀ ਆਪਾਂ ਅੱਜ ਈਡੀਅਮ ਐਂਡ ਫਰੇਜ਼ਸ ਕੀਤੇ ਅੱਜ ਦੀ ਵੀਡੀਓ ਦੇ ਵਿੱਚ, ਅਤੇ ਇਹਨੂੰ ਹੁਣੇ ਰਿਵਾਈਜ਼ ਕਰ ਲਿਓ, ਪਿਛਲੇ ਨਾਲ ਆਪਣਾ ਲਿੰਕ ਬਣਾ ਕੇ ਰੱਖਿਓ ਸੋ ਦੈਟ ਤੁਸੀਂ ਭੁੱਲੋ ਨਾ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੀ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਅਗਰ ਯਾਦ ਕਰਨ 'ਚ ਥੋੜ੍ਹੀ ਬਹੁਤ ਵੀ ਹੈਲਪ ਹੁੰਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਲਾਈਕ ਕਰ ਦਿਆ ਕਰੋ ਵੀਡੀਓ ਨੂੰ, ਔਰ ਉਹ ਮੈਡਮ ਦਾ ਮੀਨਿੰਗ ਹੈ ਨਾ ਜਿਹੜਾ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਈਓ, ਸੋ ਦੈਟ ਮੈਨੂੰ ਵੀ ਪਤਾ ਚੱਲ ਜਾਏ ਕਿ ਕਿੰਨੇ ਕੁ ਸਟੂਡੈਂਟਸ ਨੂੰ ਚੀਜ਼ਾਂ ਯਾਦ ਰਹਿੰਦੀਆਂ ਨੇ। ਕਿਉਂਕਿ ਪੇਪਰ ਪਟਵਾਰੀ ਦੀ ਡੇਟ ਆਊਟ ਹੋ ਚੁੱਕੀ ਹੈ ਐਂਡ ਸਾਰੇ ਐਗਜ਼ਾਮ ਬਹੁਤ ਛੇਤੀ ਹੋਣੇ ਨੇ। ਹੁਣ ਕਿੰਨਾ ਕੁ ਤੁਸੀਂ ਖੁਦ ਲਈ ਸੀਰੀਅਸ ਹੋ ਨਾ, ਇਹ ਤੁਸੀਂ ਆਪ ਦੇਖ ਲਓ। ਜੇ ਆਪਾਂ ਪੜ੍ਹ ਰਹੇ ਹਾਂ, ਆਪਾਂ ਕਿਸੇ ਲਈ ਨਹੀਂ ਪੜ੍ਹ ਰਹੇ, ਆਪਣੀ ਲਾਈਫ ਇੰਪਰੂਵ ਕਰਨੀ ਹੈ ਤਾਂ ਪੜ੍ਹ ਰਹੇ ਹਾਂ, ਤਾਂ ਆਪਣੇ ਆਪ ਲਈ ਪੜ੍ਹਨਾ ਹੈ ਤੁਸੀਂ, ਤਾਂ ਥੋੜ੍ਹਾ ਐਫਰਟ ਵਧੀਆ ਤਰੀਕੇ ਨਾਲ ਲਾ ਕੇ ਚੱਲੋ। ਥੈਂਕ ਯੂ ਜੀ, ਮਿਲਦੇ ਹਾਂ ਨੈਕਸਟ ਵੀਡੀਓ 'ਚ।